अल्हम्दुलिल्लाह नहमदुहु व नस्तईनुहु व नस्तगफिरुहु व नुमिनु बिही व नतवक्कलु अलैहि फनऊज़ु बिल्लाहि मिनश शैतानिर रजीम बिस्मिल्लाहिर रहमानिर रहीम नून वल कलम वमा यस्तरून। ए सूरह नून है। वल कलम वमा यस्तरून गवाही देंदा कलम ते ਉਹ ਚੀਜ਼ ਜਿਹੜੀ ਇਹ ਲੋਕ ਲਿਖ ਰਹੇ ਨੇ ਗਵਾਹੀ ਦਿੰਦੀ ਹੈ। ਮਾ ਅੰਤ ਬਿਨਿਮਤ ਰੱਬਿਕ ਬ ਮਜਨੂਨ, ਤੁਸੀਂ ਆਪਣੇ ਰੱਬ ਦੇ ਫਜ਼ਲ ਨਾਲ ਮਜਨੂਨ ਨਹੀਂ। व इन लक लाजरन गैर ममनून, और बेशक ਤੁਹਾਡੇ ਵਾਸਤੇ ਤੇ ऐसा अजर है ਜਿਹੜਾ कभी भी ख़त्म नहीं होना, कभी ख़त्म न होने वाला अजर है। व इन्नक लअला खुलुकिन अज़ीम, और बेशक तुसी ते बड़े वड्डे अजीम अखलाक ते फायज़ हो। फसतुबसिर व युबसिरून, तुसी भी देखो ते ये भी देखते ने। बेअय्यकुमुल मफ्तून, ਤੁਹਾਡੇ चो कौन फितने च पिया होया है। इन रब्बक हुव आलम बिमन दल्ल अन सबीलिही व हुव आलम बिल मुहतदीन, बेशक ਤੁਹਾਡਾ रब ਜਿਹੜਾ ਹੈ ਉਹ खूब जानदा है ਉਹਨਾਂ ਨੂੰ ਜਿਹੜੇ ਉਹਦੇ ਰਸਤੇ ਤੋਂ ਗੁੰਮਰਾਹ ਨੇ। व हुव आलम बिल मुहतदीन, और वो ਜਿਹੜਾ हिदायत वालिਆਂ ਨੂੰ ਵੀ खूब जानदा है। फरमाया नून, यानी ये सूरह नून है ਜਿਹੜਾ ਇਸ ਤਰ੍ਹਾਂ ਦੇ ਅਲਫਾਜ਼ ਨੇ ਜਿਹੜੇ ਸੂਰਤਾਂ ਦੀ ਇਬਤਦਾ 'ਚ ਆਉਂਦੇ ਨੇ, ਜਿਸ ਤਰ੍ਹਾਂ ਅਲਿਫ ਲਾਮ ਮੀਮ ਆ ਜਾਂਦਾ ਹੈ ਜਾਂ ਕਾਫਾ ਜਾਂ ਐਨ ਸਵਾਦ ਆ ਜਾਂਦਾ ਹੈ, ਜਾਂ ਜਿਸ ਤਰ੍ਹਾਂ ਇੱਥੇ ਨੂਨ ਆਇਆ ਹੈ। ਇਹ ਸੂਰਤਾਂ ਦੇ ਕੁਰਾਨੀ ਨਾਮ ਨੇ, ਯਾਨੀ ਖੁਦ ਕੁਰਾਨ ਮਜੀਦ ਨੇ ਸੂਰਤ ਨੂੰ ਇਸ ਨਾਂ ਨਾਲ ਬਿਆਨ ਕੀਤਾ ਹੈ। ਤਾਂ ਅਸੀਂ ਕਹਾਂਗੇ ਨੂਨ ਦੇ ਲਫ਼ਜ਼ ਦਾ ਤਰਜਮਾ ਇਹ ਕਰਾਂਗੇ, ਇਹ ਸੂਰਹ ਨੂਨ ਹੈ। ਵਲ ਕਲਮ ਵਮਾ ਯਸਤरून, ਵਲ ਕਲਮ, ਕਲਮ ਗਵਾਹੀ ਦਿੰਦਾ ਹੈ। ਵਮਾ ਯਸਤरून, ਔਰ ਜੋ ਕੁਝ ਇਹ ਲਿਖ ਰਹੇ ਨੇ ਉਹ ਗਵਾਹੀ ਦਿੰਦਾ ਹੈ। ਕਲਮ ਦੀ ਗਵਾਹੀ ਤੋਂ ਕੀ ਮੁਰਾਦ ਹੈ? कलम दी नाल जिहड़ियां चीज़ां लिखियां गई ने उन्हां चों बेहतरीन चीज़ और सब तो अहम चीज़ आसमानी सहीफे ने, यानी कुरान मजीद के नज़ूल तो पहला जिस तरह तौरात नाजिल हुई और ज़बूर नाजिल हुई और इंजील नाजिल हुई, तो ज़ाहिर है कलम के जरिए ही उन्होंने लिखिया गया और फिर वो कलम दे हवाले नाल एक रिकॉर्ड तैयार होया आसमानी सहीफियां दा। ये आसमानी सहीफियां दा जिहड़ा रिकॉर्ड है वो गवाही दिंदा है। वल कलम दा लफज बोल के ते मुराद है कि कलम के जरिए वजूद आने वाले जिहड़े सहीफे ने वो गवाही दिंदे ने। वमा यस्तरून, और जो कुछ ए लोग लिख रहे हैं, ए कातबीन वही जिहड़े लिख रहे हैं, यानी कुरान मजीद जिहड़ा है वो गवाही दिंदा है। की गवाही दिंदा है? मानता बिनेमत रब्बिक मजनून, तुसी अपने रब दे फजल नाल मजनून नहीं, जिन्हों जनून लाहक होए, जिहड़ा पागल है, ऐसे शख्स नहीं। ये की मामला है? ये मामला है वे कि ਜਿਹੜੇ ਸਨ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਮੁਖਾਤਬ ਕੁਰੈਸ਼ ਦੇ ਲੋਕ ਜਿਹੜੇ ਈਮਾਨ ਨਹੀਂ ਸਨ ਲਿਆਂਦੇ, ਗੱਲ ਨੂੰ ਸਹੀ ਤਰ੍ਹਾਂ ਨਾ ਸੁਣਦੇ ਤੇ ਸਮਝਦੇ ਸਨ ਤੇ ਨਾ ਆਪ ਦੀ ਨਬੂਵਤ ਨੂੰ ਮੰਨਦੇ ਸਨ। ਉਹ ਆਪ ਦੀ ਲਗਨ ਨੂੰ ਔਰ ਆਪ ਦੀ ਤੜਪ ਨੂੰ ਦੇਖ ਕੇ ਤੇ ਆਪ ਨੂੰ ਕਹਿੰਦੇ ਸਨ ਕਿ ਕੀ ਹੋ ਗਿਆ ਇਹਨਾਂ ਨੂੰ, ਇਹ ਕਿਉਂ ਇਹਨਾਂ ਨੂੰ ਜਨੂਨ ਕੋਈ ਲਾਹਕ ਹੋ ਗਿਆ। ਇਹ ਤੇ ਇੱਕ ਨਾਰਮਲ ਔਰ ਸਮਝਦਾਰ ਔਰ ਅਕਲਮੰਦ ਬੰਦੇ ਵਾਲੀਆਂ ਗੱਲਾਂ ਨਹੀਂ ਕਰਦੇ। ਇਹਨਾਂ ਨੂੰ ਤੇ ਇੰਝ ਲੱਗਦਾ ਕਿ ਜਿਸ ਤਰ੍ਹਾਂ ਹੁਣੀ ਬਸ ਅਜ਼ਾਬ ਆ ਜਾਣਾ ਔਰ ਇਹ ਸਭ ਕੁਝ ਤਬਾਹ ਹੋ ਜਾਣਾ, ਹਾਲਾਂਕਿ ਬਿਲਕੁਲ ਠੀਕ ਹਾਲਾਤ ਚੱਲ ਰਹੇ ਨੇ, ਸਭ ਕੁਝ ਖੈਰ ਖੈਰੀਅਤ ਹੈ। ਇਹਨਾਂ ਨੂੰ ਕੀ ਹੋ ਗਿਆ ਕਿ ਇੱਕਦਮ ਇਹਨਾਂ 'ਚ ਇੰਨਾ ਜਨੂਨ ਤਾਰੀ ਹੋ ਗਿਆ। ਉਹ ਕਹਿੰਦੇ ਸਨ ਕਿ ਤੁਸੀਂ ਮਜਨੂਨ ਹੋ, ਯਾਨੀ ਪਾਗਲ ਹੋ ਤੁਸੀਂ। ਤੇ ਫਰਮਾਇਆ ਕਿ ਨਹੀਂ, ਜਿਹੜੇ ਸਹੀਫੇ ਨੇ ਉਹ ਵੀ ਗਵਾਹੀ ਦਿੰਦੇ ਨੇ ਔਰ ਇਹ ਕੁਰਾਨ ਜਿਹੜਾ ਹੈ ਇਹਨੂੰ ਦੇਖ ਲਓ, ਇਹ ਵੀ ਗਵਾਹੀ ਦਿੰਦਾ ਤੁਸੀਂ ਆਪਣੇ ਰੱਬ ਦੇ ਫਜ਼ਲ ਨਾਲ ਮਜਨੂਨ ਨਹੀਂ। ਮਜਨੂਨ ਕੋਈ ਇਹੋ ਜਿਹੀਆਂ ਗੱਲਾਂ ਤਾਂ ਨਹੀਂ ਕਰਦਾ। ਕੁਰਾਨ ਮਜੀਦ ਜਿਹੜਾ ਤੁਸੀਂ ਪੇਸ਼ ਕਰ ਰਹੇ ਹੋ ਕਿ ਇਹ ਕਿਸੇ ਮਜਨੂਨ ਦੀ ਗੱਲ ਹੈ? ਇਹ ਤਾਂ ਖੁਦਾ ਦੀ ਨਾਜ਼ਲ ਕਰਦਾ ਕਿਤਾਬ ਹੈ। ਇਹਦੇ ਜਿਹੜੀਆਂ ਗੱਲਾਂ ਨੇ ਇਹ ਕਿਸੇ ਪਾਗਲ ਦਾ ਕਲਾਮ ਨਹੀਂ ਕਿ ਜਿਨ੍ਹਾਂ 'ਚ ਕੋਈ ਰਬਤ ਹੀ ਨਹੀਂ, ਜਿਨ੍ਹਾਂ 'ਚ ਕੋਈ ਅਕਲ ਦੀ ਗੱਲ ਹੀ ਨਹੀਂ। ਇਹ ਤਾਂ ਬੜਾ ਆਲਾ ਕਲਾਮ ਹੈ, ਬੜੇ ਆਲਾ ਹਕਾਇਕ ਇਹਦੇ 'ਚ ਬਿਆਨ ਕੀਤੇ ਗਏ ਨੇ, ਬੜੀ ਆਲਾ ਦਾਨਿਸ਼ ਦੀਆਂ ਗੱਲਾਂ ਨੇ, ਬੜੀਆਂ ਹਿਕਮਤ ਦੀਆਂ ਗੱਲਾਂ ਨੇ ਇਸ ਕੁਰਾਨ 'ਚ। ਇਸੇ ਤਰ੍ਹਾਂ ਜਦੋਂ ਪਿਛਲੇ ਸਹੀਫੇ ਨੂੰ ਤੁਸੀਂ ਦੇਖਦੇ ਹੋ ਤੇ ਉਹਦੇ ਵਿੱਚ ਵੀ ਤੁਹਾਡੇ ਬਾਰੇ ਜਿਹੜੀਆਂ ਪੇਸ਼ਗੋਈਆਂ ਦਿੱਤੀਆਂ ਗਈਆਂ ਨੇ ਉਹ ਪੇਸ਼ਗੋਈਆਂ ਸਾਬਤ ਕਰਦੀਆਂ ਨੇ ਕਿ ਤੁਸੀਂ ਤਾਂ ਅੱਲਾ ਦੇ ਨਬੀ ਹੋ। ਔਰ ਉਹਨਾਂ ਦੀ ਜਿਹੜੀ ਤਾਲੀਮ ਹੈ ਉਹ ਬਿਲਕੁਲ ਉਹੀ ਜਿਹੜੀ ਕੁਰਾਨ ਮਜੀਦ ਦੀ ਤਾਲੀਮ ਹੈ। ਤੇ ਪੁਰਾਣੇ ਸਹੀਫੇ ਵੀ ਗਵਾਹੀ ਦਿੰਦੇ ਨੇ ਕਿ ਤੁਸੀਂ ਅੱਲਾ ਦੇ ਨਬੀ ਹੋ, ਤੁਸੀਂ ਕੋਈ ਮਜਨੂਨ ਔਰ ਪਾਗਲ ਨਹੀਂ। ਔਰ ਉਹਨਾਂ ਦੀ ਤਾਲੀਮ ਵੀ ਦੱਸਦੀ ਕਿ ਜਿਹੜੀ ਤਾਲੀਮ ਤੁਸੀਂ ਪੇਸ਼ ਕਰ ਰਹੇ ਹੋ ਕੁਰਾਨ ਮਜੀਦ ਦੀ ਸ਼ਕਲ 'ਚ, ਇਹ ਬਿਲਕੁਲ ਉਹਨਾਂ ਸਹੀਫਿਆਂ ਵਾਲੀ ਗੱਲ ਹੀ ਹੈ ਜਿਹੜੀ ਤੁਸੀਂ ਬਿਆਨ ਕਰ ਰਹੇ ਹੋ। ਉਹ ਵੀ ਜਿਸ ਤਰ੍ਹਾਂ ਅੱਲਾ ਵੱਲੋਂ ਨਾਜ਼ਲ ਹੋਏ ਸਨ ਤੇ ਇਹ ਵੀ ਅੱਲਾ ਵੱਲੋਂ ਨਾਜ਼ਲ ਹੋਣ ਵਾਲਾ ਕਲਾਮ ਹੈ। ਯਾਨੀ ਕੁਰਾਨ ਮਜੀਦ ਖੁਦ ਗਵਾਹੀ ਦੇ ਰਿਹਾ ਹੈ ਕਿ ਇਹ ਸ਼ਖਸ ਮਜਨੂਨ ਹੋ ਹੀ ਨਹੀਂ ਸਕਦਾ। ਇਹ ਜਿਹੜਾ ਕੁਰਾਨ ਪੇਸ਼ ਕਰ ਰਿਹਾ ਉਹ ਕਿਸ ਤਰ੍ਹਾਂ ਮਜਨੂਨ ਹੋ ਸਕਦਾ? ਐਡੀ ਤਨਾਈ ਦੀ ਗੱਲ ਕੋ ਮਜਨੂਨ ਕਰ ਸਕਦਾ? व इन लक लाजरन गैर ममनून, ਤੇ ਫਰਮਾਇਆ ਤੁਹਾਡੇ ਵਾਸਤੇ ਤੇ ऐसा अजर है जिन्हें कभी ख़त्म ही नहीं होना। यानी तुसी ऐसी मेहनत कर रहे हो कि जिदा
ਅਜਰ ਯਾਨੀ ਬਦਲਾ ਜਿਹੜਾ ਹੈ ਉਹ ਥੋੜਾ ਨਹੀਂ ਹੋਏਗਾ, ਅਬਦੀ ਅਜਰ ਹੋਏਗਾ, ਅਬਦੀ ਇਨਾਮ ਹੋਏਗਾ। ਤੇ ਇਨਾਮ ਔਰ ਅਜਰ ਜਿਹੜਾ ਹੈ ਇਹ ਕਿਸੇ ਪਾਗਲ ਨੂੰ ਦਿੱਤਾ ਜਾਂਦਾ ਹੈ, ਪਾਗਲਾਂ ਵਾਲੇ ਕੰਮਾਂ 'ਤੇ ਦਿੱਤਾ ਜਾਂਦਾ ਹੈ? ਜ਼ਾਹਿਰ ਹੈ ਕਿ ਨਹੀਂ। ਇਹ ਤਾਂ ਬਾਹਿਕਮਤ ਕੰਮਾਂ 'ਤੇ ਦਿੱਤਾ ਜਾਂਦਾ ਹੈ, ਬਾ ਮਕਸਦ ਕੰਮਾਂ 'ਤੇ ਦਿੱਤਾ ਜਾਂਦਾ ਹੈ। ਉਹ ਕੰਮ ਜਿਹੜੇ ਕਿਸੇ ਅੱਛੇ ਨਤੀਜੇ ਲੈ ਜਾਂਦੇ ਨੇ। ਤੇ ਅੱਲਾ ਦੇ ਨਬੀ ਨੇ ਜਿਹੜੀ ਮਿਹਨਤ ਕੀਤੀ ਹੈ, ਜਿਹੜਾ ਹੱਕ ਵਾਜ਼ੇ ਕੀਤਾ ਹੈ, ਜਿਹੜਾ ਇੰਤਜ਼ਾਰ ਕੀਤਾ ਹੈ, ਉਹ ਤਾਂ ਬਹੁਤ ਆਲਾ ਕੰਮ ਹੈ ਔਰ ਉਸ ਤੋਂ ਬਰਤਰ ਤੇ ਕੋਈ ਕੰਮ ਨਹੀਂ। ਤੇ ਉਹਦੀ ਵਜ੍ਹਾ ਤੋਂ ਤੁਹਾਡੀ ਜਿਹੜੀ ਮਿਹਨਤ ਹੈ, ਉਹਦੀ ਵਜ੍ਹਾ ਤੋਂ ਔਰ ਬਿਹਤਰੀਨ ਮਿਹਨਤ ਹੈ, ਇੰਤਹਾਈ ਦਾਨਾਈ ਤੇ ਮਬਨੀ ਮਿਹਨਤ ਹੈ, ਉਸ ਦੀ ਵਜ੍ਹਾ ਤੋਂ ਤੁਹਾਡਾ ਅਜਰ ਜਿਹੜਾ ਹੈ ਉਹ ਬੇਪਨਾਹ ਅਜਰ ਹੈ, ਉਹ ਕਦੀ ਖਤਮ ਹੀ ਨਹੀਂ ਹੋਣਾ। ਇੰਨਾ ਅਬਦੀ ਅਜਰ, ਹਮੇਸ਼ਾ ਹਸਤੇ ਅਜਰ ਜਿਹੜਾ ਹੈ ਉਹ ਤੁਹਾਨੂੰ ਮਿਲਣ ਵਾਲਾ ਹੈ। وَإِنَّ لَكَ لَعَلَىٰ خُلُقٍ عَظِيمٍ وَإِنَّكَ لَعَلَىٰ خُلُقٍ عَظِيمٍ، اور بے شک تسی تے عظیم اخلاق تے فائز ہو۔ یعنی کہ ایسا نہیں کہ تسی جڑی تہاڈی گل ہے ਉਹਦੇ 'ਚ ਦੋ ਗੱਲਾਂ ਦੇ ਆਪਸ ਵਿੱਚ ਰਬط ਲੱਭਣਾ ਮੁਸ਼ਕਿਲ ਹੈ, ਜਾਂ ਉਹ ਕੋਈ ਅਕਲ ਦੀ ਗੱਲ ਕੋਈ ਹੈ ਤੇ ਕੋਈ ਨਹੀਂ। ਨਹੀਂ, ਅਕਲ ਦੀ ਗੱਲ ਤੇ ਇੱਕ ਜਗ੍ਹਾ ਤੇ ਰਹੀ, ਕੁਝ ਸਾਦਾ ਅਕਲੀ ਤੌਰ ਤੇ ਮਾਕੂਲ ਗੱਲਾਂ ਕਰਨੀਆਂ। ਤੁਹਾਡੇ ਤੇ ਰਵੱਈਏ, ਤੁਹਾਡਾ ਅਖਲਾਕ, ਤੁਹਾਡਾ ਵਰਤਾਓ ਬਹੁਤ ਆਲਾ ਨੋਈਅਤ ਦਾ ਹੈ। ਇਹ ਤਾਂ ਹੋ ਹੀ ਨਹੀਂ ਸਕਦਾ। ਮਜਨੂਨ ਔਰ ਪਾਗਲ ਆਦਮੀ ਕੋਲੋਂ ਅਖਲਾਕ ਦੀ ਤਵੱਕੋ ਤਾਂ ਕੀਤੀ ਨਹੀਂ ਜਾ ਸਕਦੀ। ਉਹਦੇ ਕੋਲੋਂ ਤਾਂ ਕਿਸੇ ਅਕਲ ਦੀ ਗੱਲ ਦੀ, ਸਾਦਾ ਸਮਝਦਾਰੀ ਦੀ ਗੱਲ ਦੀ ਤਵੱਕੋ ਨਹੀਂ ਹੁੰਦੀ। ਤੇ ਅੱਲਾ ਅਖਲਾਕ ਇਹ ਤਾਂ ਮੁਮਕਿਨ ਹੀ ਨਹੀਂ ਕਿ ਕਿਸੇ ਮਜਨੂਨ ਕੋਲ ਹੋ ਜਾਏ। ਇਹ ਦਲਾਇਲ ਦਿੱਤੇ ਕਿ ਕਿੰਨੇ ਉਹ ਬੇਵਕੂਫ ਲੋਕ ਨੇ ਜਿਹੜੇ ਅੱਲਾ ਦੇ ਨਬੀ ਨੂੰ ਔਰ ਅੱਲਾ ਦੇ ਰਸੂਲ ਨੂੰ ਮਜਨੂਨ ਕਹਿ ਰਹੇ ਨੇ। ਇਹ ਕਲਾਮ ਦੱਸਦਾ ਕਿ ਇਹ ਮਜਨੂਨ ਨੇ ਔਰ ਜਿਹੜੀ ਮਿਹਨਤ ਇਹ ਕਰ ਰਹੇ ਨੇ ਇਹਦੇ 'ਤੇ ਇਹਨਾਂ ਨੂੰ ਬੜਾ ਅਜਰ ਮਿਲਣ ਵਾਲਾ ਹੈ। ਤੇ ਇਹ ਕਿਸੇ ਮਜਨੂਨ ਔਰ ਪਾਗਲ ਆਦਮੀ ਨੂੰ ਅਜਰ ਮਿਲਦਾ ਹੁੰਦਾ ਵਾਲਾ ਉਹਦੀਆਂ ਹਰਕਤਾਂ ਤੇ ਫਿਰ ਇਹ ਤੇ ਬੜੇ ਆਲਾ ਅਖਲਾਕ ਤੇ ਫਾਇਜ਼ ਸ਼ਖਸ ਹੈ। ਤੇ ਆਲਾ ਅਖਲਾਕ ਤੇ ਫਾਇਜ਼ ਸ਼ਖਸ ਕੋਈ ਮਜਨੂਨ ਹੁੰਦਾ? ਯਾਨੀ ਇੰਨੀ ਵਾਜ਼ਿਹ ਗੱਲ ਹੈ, ਇਹਨੂੰ ਮਜਨੂਨ ਕਹਿਣ ਵਾਲੇ ਤੇ ਆਪ ਪਾਗਲ ਨੇ, ਉਹ ਤੇ ਆਪ ਬੜੇ ਗਲਤ ਨੇ। ਫਰਮਾਇਆ ਫਸਤੁਬਸਿਰੂ ਵਯੁਬਸਿरून, ਇਹ ਵੀ ਤੁਸੀਂ ਵੀ ਦੇਖੋ ਕਿ ਕੀ ਹੁੰਦਾ ਹੈ, ਅੱਲਾਹ ਤਾਲਾ ਕੀ ਅੰਜਾਮ ਕਰਦਾ ਹੈ। ਵਯੁਬਸਿरून, ਔਰ ਇਹ ਵੀ ਦੇਖਣ, ਮਤਲਬ ਹੈ ਕਿ ਹੁਣ ਸਮਝਦੇ ਸਮਝਾਉਂਦੇ ਤਾਂ ਨਹੀਂ ਨਾ, ਤੇ ਠੀਕ ਹੈ ਫਿਰ ਵਕਤ ਦਾ ਇੰਤਜ਼ਾਰ ਕਰਨ, ਦੇਖਣ ਕਿ ਕੀ ਹੁੰਦਾ ਹੈ। ਬੇਯਕੁਲ ਮਫਤੂਨ, ਤੁਹਾਡੇ 'ਚੋਂ ਕਿਹੜਾ ਫਿਤਨੇ 'ਚ ਪਿਆ ਹੋਇਆ ਹੈ, ਕਿਹੜਾ ਆਦਮੀ ਫਿਤਨੇ 'ਚ ਗ੍ਰਿਫਤਾਰ ਹੋ ਗਿਆ, ਯਾਨੀ ਸ਼ੈਤਾਨ ਨੇ ਕਿਹਨੂੰ ਫਿਤਨੇ 'ਚ ਪਾ ਦਿੱਤਾ ਹੈ, ਕਿਹੜਾ ਬਾਤਲ ਤੇ ਖੜਾ ਹੈ, ਨਾ ਹੱਕ ਦੇ ਜਿਹੜਾ ਮਾਮਲੇ 'ਚ ਉਹਨੇ ਆਪਣੇ ਆਪ ਨੂੰ ਗ੍ਰਿਫਤਾਰ ਕਰ ਲਿਆ, ਉਹ ਨਾ ਹੱਕ ਤੇ ਨੂੰ ਇਖਤਿਆਰ ਕਰਦਾ ਹੈ, ਨਾ ਹੱਕ ਨੂੰ ਮੰਨਦਾ ਹੈ, ਬਾਤਲ ਚੀਜ਼ ਨੂੰ ਇਖਤਿਆਰ ਕਰਦਾ ਹੈ, ਹੱਕ ਨੂੰ ਇਖਤਿਆਰ ਨਹੀਂ ਕਰਦਾ। ਇਸ ਫਿਤਨੇ 'ਚ ਕਿਹੜਾ ਗ੍ਰਿਫਤਾਰ ਹੈ? ਇਨ ਰੱਬਕ ਹੁਵ ਆਲਮ ਬਿਮਨ ਦਲ ਅਨ ਸਬੀਲਿhi, ਬੇਸ਼ੱਕ ਤੁਹਾਡਾ ਰੱਬ ਜਿਹੜਾ ਹੈ ਉਹ ਖੂਬ ਜਾਣਦਾ ਉਹਨਾਂ ਨੂੰ ਜਿਹੜੇ ਉਹਦੇ ਰਸਤੇ ਤੋਂ ਗੁੰਮਰਾਹ ਹੋ ਗਏ। یعنی اللہ تعالیٰ ایسا نہیں معاملہ کہ اللہ تعالیٰ نے پتہ ہی نہیں کون گمراہ ہویا وہ رستے تو کون نہیں ہویا۔ وہ عالم بالمعتدین، اور خوب جانتا ہے کہ ہدایت پانے والے کہڑے نے، کہڑے لوگوں نے اللہ دی صحیح راہ نو، صراط مستقیم نو حاصل کر لیا، صراط مستقیم تے کھڑے ہو گئے، ادھر تے گامزن ہو گئے۔ لہذا کوئی فکر والی گل نہیں، اللہ نو پتہ ہے کہڑے گمراہ نے کہڑے ہدایت والے نے، وہ نتیجہ اپنے علم دے مطابق بالکل صحیح نتیجہ کڈے گا۔ فلا تو تے علم مکذبین، فرمایا تے تو جھوٹیاں دی گل نہ من، چٹلان والیاں دی گل، حقیقت نو چٹلان والے، مکذب دا میں نے چٹلانا، تے جڑے حقیقت نو چٹلاندے نے انہاں دی گل نہ من، انہاں نال توجہ نہ دے، وہ تے چٹلا رہے نے، حق نو مان ہی نہیں رہے۔ ودو لو تو دہنو فیدہنون، یہ لوگ چاہتے ہیں کہ تسی کچھ نرم پو تو پھر یہ بھی نرم پی جان۔ یہ نرم پہن کا مطلب ہے کہ یہ چاہتے ہیں کہ تسی جڑا توحید تے ایڈے اپنے آپ کو جامد کر لیا ہے کہ توحید تو تسی تھلے نہیں اترتے، تسی توحید تے صلح کرتے ہی نہیں کسی نال کہ بھئی توحید تھوڑا بہت شرک بھی اگر آ جاندے تو کی ہے، کچھ توحید ہو گئی، کچھ شرک ہو گیا، کچھ ایمان ہو گیا، کچھ کفر ہو گیا، تو اس طرح کیوں نہیں ہو سکتا؟ اگر تسی تھوڑا جا کفر اختیار کر لو، تھوڑا جا شرک اختیار کر لو، تو لوگ چاہتے ہیں ٹھیک ہے پھر اسی توحید بھی مان لیں گے، تہاڈی گل بھی کچھ مان لیں گے، تسی کوئی ساڈی گل مان لو۔ تو ظاہر ہے حق اس طرح دی صلح کدی نہیں کردا، حق تے صرف حق نو ماندا ہے، یعنی کہ نبی جڑا ہے وہ ایک حق ہے، حق ذات ہے جڑی خدا والوں آئی ہے، تے او نبی دی شخصیت ایک حق شخصیت ہے، وہ صرف حق نو قبول کرے گی جڑا حق خدا نو آیا ہے، اس حق تے کھلوئے گی اور کسی درجے چ ناحق گل نو ذرا بھی قبول نہیں کرے گی۔ لیکن وہ مخاطبین جڑے سن مشرک لوگ، انہوں دی بڑی خواہش سی کہ نبی کچھ حق تو تھلے اتر جان،
شرک ਨੂੰ ਕੁਛ اختیار ਕਰ ਲੈਣ, ਤੌਹੀਦ ਤੇ ਇੰਨਾ ਇਸਰਾਰ ਨਾ ਕਰਨ, ਤੇ ਫਿਰ ਅਸੀਂ ਵੀ ਜੇ ਇਹਨਾਂ ਦੀ ਗੱਲ ਕੁਛ ਮੰਨ ਲਾਂਗੇ, ਸਾਡੇ ਤੇ ਇਹਨਾਂ ਦੇ ਦਰਮਿਆਨ ਸੁਲਹ ਹੋ ਜਾਏਗੀ। ਯਾਨੀ ਸਾਡੇ ਇੱਕ ਅੱਧੇ ਬੁੱਤ ਨੂੰ ਇਹ ਵੀ ਤਸਲੀਮ ਕਰ ਲੈਣ ਤਾਂ ਅਸੀਂ ਇਹਨਾਂ ਦੇ ਖੁਦਾ ਨੂੰ ਮੰਨ ਲੈਂਦੇ ਹਾਂ ਕਿ ਠੀਕ ਹੈ ਜੀ, ਅੱਲਾਹ ਤਾਲਾ ਜਿਹੜਾ ਹੈ ਬਿਲਕੁਲ ਉਹੀ ਕਲਾਮ ਇਹਨਾਂ 'ਤੇ ਨਾਜ਼ਿਲ ਕਰਦਾ ਹੈ, ਔਰ ਅਸੀਂ ਇਹਨਾਂ ਨੂੰ ਅੱਲਾਹ ਦਾ ਰਸੂਲ ਵੀ ਮੰਨ ਲੈਂਦੇ ਹਾਂ, ਔਰ ਇਹਨਾਂ ਦੇ ਅਹਕਾਮ ਦੂਸਰੇ ਵੀ ਮੰਨ ਲਾਂਗੇ ਜਿਹੜੇ ਲੈ ਕੇ ਆਉਣਗੇ, ਲੇਕਿਨ ਸਾਡੇ ਸ਼ਿਰਕ ਨੂੰ ਕੁਛ ਤਸਲੀਮ ਕਰ ਲੈਣ। ਇਹ ਉਹਨਾਂ ਦੀ ਸੀ। ਫਰਮਾਇਆ ਕਿ ਨਹੀਂ, ਬਿਲਕੁਲ ਝੁਠਲਾ ਹੱਕ ਨੂੰ ਝੁਠਲਾਉਣ ਵਾਲੇ ਦੀ ਗੱਲ ਹਰਗਿਜ਼ ਨਹੀਂ ਮੰਨਣੀ। ਵਲਾ ਤੁਤੇ ਕੁੱਲ ਹੱਲਾਫ ਮਹੀਨ, ਇਹ ਜਿਹੜੀਆਂ ਕੁਰੈਸ਼ ਦੇ ਸਰਦਾਰਾਂ ਦੀਆਂ ਸਿਫਤਾਂ ਸਨ ਉਹਨਾਂ ਨੂੰ ਬਿਆਨ ਕਰਤਾ, ਯਾਨੀ ਕਿਸ ਤਰ੍ਹਾਂ ਦੇ ਅਖਲਾਕ ਔਰ ਕਿਸ ਤਰ੍ਹਾਂ ਦੀ ਸਿਫਾਤ ਤੇ ਇਹ ਲੋਕ ਫਾਇਜ਼ ਸਨ। ਫਰਮਾਇਆ ਤੁਸੀਂ ਹਰਗਿਜ਼ ਨਹੀਂ ਮੰਨਣਾ ਹਰ ਝੂਠੀਆਂ ਕਸਮਾਂ ਖਾਣ ਵਾਲੇ ਘਟੀਆ ਬੰਦੇ ਦੀ ਗੱਲ ਨੂੰ ਬਿਲਕੁਲ ਨਹੀਂ ਮੰਨਣਾ। ਹਮ ਮਾਜ਼ਿਮ ਮਸ਼ਾਇਮ ਬੇਨਮੀਮ, ਜਿਹੜਾ ਇਸ਼ਾਰਾਬਾਜ਼ ਹੈ, ਯਾਨੀ ਇਸ ਤਰ੍ਹਾਂ ਕਿਸੇ ਹਕੀਕਤ ਨੂੰ ਫੇਸ ਨਹੀਂ ਕਰ ਸਕਦਾ, ਲੇਕਿਨ ਅੱਖਾਂ ਨਾਲ ਜਾਂ ਹੱਥਾਂ ਨਾਲ ਇਸ਼ਾਰਾ ਕਰਕੇ ਤੇ ਉਹਦੀ ਤਹਕੀਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਨੂੰ ਘਟੀਆ ਚੀਜ਼ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਇਸ਼ਾਰਿਆਂ ਨਾਲ। ਮੂੰਹ ਗੱਲ ਤੇ ਕੋਈ ਕਹਿ ਨਹੀਂ ਸਕਦਾ, ਖਿਲਾਫ ਦਲੀਲ ਤੇ ਉਹਦੇ ਕੋਲ ਹੈ ਕੋਈ ਨਹੀਂ, ਹੱਕ ਦੇ ਖਿਲਾਫ ਕੋਈ ਦਲੀਲ ਮੌਜੂਦ ਨਹੀਂ, ਬਸ ਇਸ਼ਾਰਾ ਕਰਕੇ ਤੇ ਚਾਹੁੰਦੇ ਕਿ ਮੈਂ ਹੱਕ ਦੀ ਤਹਕੀਰ ਕਰਦੇ ਹਾਂ। ਮਸ਼ਾਇਮ ਬੇਨਮੀਮ, ਤੇ ਇਹਨਾਂ ਦਾ ਕਰੈਕਟਰ ਇਹ ਵੇ, ਕਿਰਦਾਰ ਇਹਨਾਂ ਦੇ ਇਹੋ ਜਿਹਾ ਹੈ ਕਿ ਇਹ ਚੁਗਲੀਆਂ ਕਰਨ ਵਾਲੇ ਲੋਕ ਨੇ, ਚੁਗਲੀਆਂ ਲੈ ਕੇ ਚੱਲਦੇ ਫਿਰਦੇ ਨੇ। ਮੰਨਾਇਨ ਲਿਲ ਖੈਰ ਮੁਤਦਿਨ ਅਸੀਮ, ਤੇ ਇਹ ਖੈਰ ਨੂੰ ਨਾ ਬਲਾਈ ਨੂੰ ਬਹੁਤ ਰੋਕਣ ਵਾਲੇ ਨੇ, ਯਾਨੀ ਇਹਨਾਂ ਨੂੰ ਕੋਈ ਬਲਾਈ ਹਾਸਲ ਹੁੰਦੀ ਹੈ ਤੇ ਬਸ ਉਹਨੂੰ ਸਮੇਟ ਲੈਂਦੇ ਨੇ, ਆਪਣੇ ਤੱਕ ਰੱਖਦੇ ਨੇ। ਇਹ ਨਹੀਂ ਕਿ ਉਹਦੇ ਤੋਂ ਕਿਸੇ ਹੋਰ ਨੂੰ ਫਾਇਦਾ ਉਠਾਉਣ ਦਾ ਮੌਕਾ ਦੇਣ, ਬਿਲਕੁਲ ਨਹੀਂ। ਬਲਾਈ ਨੂੰ ਆਪਣੇ ਤੱਕ ਰੋਕ ਰੱਖਣ ਵਾਲੇ ਨੇ। ਮੁਤਦਿਨ ਯਾਨੀ ਹੱਦ ਤੋਂ ਗੁਜ਼ਰ ਜਾਣ ਵਾਲੇ ਨੇ, ਹੱਦ ਤੇ ਟਿਕਣ ਵਾਲੇ ਨਹੀਂ, ਜਿਹੜਾ ਦਾਇਰਾ ਜਿਹੜੀ ਹੱਦ ਹੈ ਤੁਹਾਡੀ ਉਹਦੇ ਅੰਦਰ ਰਹੋ, ਨਹੀਂ ਇਹ ਨਹੀਂ, ਇਹ ਹੱਦ ਨੂੰ ਪਾਰ ਕਰਨ ਵਾਲੇ ਨੇ, ਹੱਦ ਤੋੜਨ ਵਾਲੇ ਲੋਕ ਨੇ। ਅਸੀਮ, ਅਸੀਮ ਦਾ ਮਨ ਗੁਨਾਹਗਾਰ ਹੈ, ਯਾਨੀ ਮੰਨਾਇਨ ਲਿਲ ਖੈਰ ਮੁਤਦਿਨ ਅਸੀਮ, ਯਾਨੀ ਖੈਰ ਨੂੰ ਬਹੁਤ ਰੋਕਣ ਵਾਲੇ ਔਰ ਹੱਦੋਂ ਗੁਜ਼ਰ ਜਾਣ ਵਾਲੇ ਤੇ ਗੁਨਾਹਗਾਰ ਲੋਕ ਜਿਹੜੇ ਨੇ। ਉਤੁਲਿਮ ਬਾਦ ਜ਼ਾਲਿਕ ਜ਼ਨੀਮ, ਇਹ ਸੰਗ ਦਿਲ ਵੀ ਨੇ, ਯਾਨੀ ਕਿ ਬਾਦ ਜ਼ਾਲਿਕ ਜ਼ਨੀਮ ਮਜ਼ੀਦ ਇਹ ਕਿ ਇਹ ਬੇਨਸਬ ਲੋਕ ਨੇ, ਯਾਨੀ ਇਹਨਾਂ ਦੇ ਨਸਬ ਕੀ ਹੈ ਇਹਨਾਂ ਨੂੰ ਮਾਲੂਮ ਨਹੀਂ, ਤੇ ਕਿਸੇ ਉੱਚੇ ਨਸਬ ਨਾਲ ਆਪਣੇ ਆਪ ਨੂੰ ਮੁਤਲਕ ਕਰਦੇ ਨੇ। ਜਿਸ ਤਰ੍ਹਾਂ ਬਾਜ਼ ਲੋਕ ਹੁੰਦੇ ਨੇ ਨਾ, ਇਹ ਦੇਖਦੇ ਨੇ ਕਿ ਵੀ ਅਸੀਂ ਕਿਸੇ ਆਲਾ ਨਸਬ ਦੇ ਨਾਲ ਵਿੱਚ ਪੈਦਾ ਅਗਰ ਨਹੀਂ ਹੋਏ, ਜਾਂ ਪਤਾ ਨਹੀਂ ਸਾਡੇ ਮਾਂ-ਬਾਪ ਕੌਣ ਸਨ, ਕਬੀਲਾ ਕੌਣ ਸੀ, ਤੇ ਚਲੋ ਕਿਸੇ ਵੱਡੇ ਕਬੀਲੇ ਕਿਸੇ ਵੱਡੇ ਨਸਬ ਵਾਲੇ ਨਾਲ ਆਪਣੇ ਆਪ ਨੂੰ ਮੁਤਲਕ ਕਰ ਦਿੰਦੇ ਹਾਂ, ਆਪਣੇ ਆਪ ਨੂੰ ਉਸ ਨਸਬ ਵਿੱਚ ਸ਼ਾਮਿਲ ਕਰ ਦਿੰਦੇ ਹਾਂ ਕਿ ਜੀ ਅਸੀਂ ਵੀ, ਜਿਸ ਤਰ੍ਹਾਂ ਸਾਡੀ ਕੌਮ ਵਿੱਚ ਇਹ ਸਮਝਿਆ ਜਾਂਦਾ ਕਿ ਵੀ ਸੈਦ ਜਿਹੜੇ ਨੇ ਉਸ ਆਲਾ ਮਤਲਬ ਜ਼ਾਤ ਹੈ, ਜਾਂ ਸ਼ੇਖਾਂ ਨੂੰ ਅੱਲਾ ਜ਼ਾਤ ਸਮਝਿਆ ਜਾਂਦਾ, ਤੇ ਉਹ ਆਪਣੇ ਆਪ ਨੂੰ ਸ਼ੇਖ ਕਹਿਣਗੇ ਜਾਂ ਸੈਯਦਾਂ ਦੇ ਸ਼ਾਮਿਲ ਕਰਨਗੇ, ਜਾਂ ਹੋਰ ਜਿਸ ਜ਼ਾਤ ਨੂੰ ਵੀ ਉਸ ਮਾਹੌਲ ਵਿੱਚ ਅੱਲਾ ਜ਼ਾਤ ਕਰਾਰ ਦਿੱਤਾ ਜਾਂਦਾ ਹੈ ਆਪਣੇ ਆਪ ਨੂੰ ਉਹਦੇ ਨਾਲ ਜੋੜਨਗੇ, ਹਾਲਾਂਕਿ ਉਹ ਉਸ ਖਾਨਦਾਨ 'ਚ ਉਸ ਕਬੀਲੇ 'ਚ ਪੈਦਾ ਨਹੀਂ ਹੋਏ। ਇਹੋ ਜਿਹੇ ਬੇਕਿਰਦਾਰ ਲੋਕ ਨੇ। ਅਨਕਾਨਾ ਜ਼ਾ ਮਾਲਿਮ ਵ ਬਨੀਨ, ਇਹ ਇਸ ਵਾਸਤੇ ਇਹਨਾਂ ਦੀ ਇਹ ਸ਼ਖਸੀਅਤ ਹੋ ਗਈ ਕਿ ਇਹਨਾਂ ਨੂੰ ਅੱਲਾ ਨੇ ਮਾਲ ਦੇ ਦਿੱਤਾ ਤੇ ਬੇਟੇ ਦੇ ਦਿੱਤੇ, ਯਾਨੀ ਦੁਨੀਆ ਦੀਆਂ ਨਿਹਮਤਾਂ ਦੇ ਦਿੱਤੀਆਂ। ਨਿਹਮਤਾਂ ਪਾ ਕੇ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ, ਇਹ ਸ਼ੁਕਰਗੁਜ਼ਾਰੀ ਦੀ ਬਜਾਏ ਸਰਕਸ਼ ਹੋ ਗਏ। ਯਾਨੀ ਕਿ ਜਿੱਦਾਂ ਉਹਨਾਂ ਨੂੰ ਬੇਟੇ ਮਿਲੇ ਜਿਹੜੇ ਇਹਨਾਂ ਦੇ ਮਦਦਗਾਰ ਸਨ, ਤੇ ਇਹਨਾਂ ਨੂੰ ਮਾਲ ਮਿਲਿਆ ਜਿਹੜਾ ਅੱਲਾ ਦੀ ਨਿਹਮਤਾਂ ਇਹਨਾਂ ਦੇ ਗਿਰਦ ਇਕੱਠੀਆਂ ਹੋ ਗਈਆਂ ਜਿਹਦੀ ਵਜ੍ਹਾ ਤੋਂ, ਤੇ ਇਹ ਫਿਰ ਸਰਕਸ਼ ਹੋ ਗਏ ਔਰ ਹੱਕ ਦਾ ਇਨਕਾਰ ਕਰਨ ਵਾਲੇ ਲੋਕ ਹੋ ਗਏ, ਔਰ ਆਪਣੇ ਅੰਦਰ ਇਹਨਾਂ ਨੇ ਘਟੀਆ ਔਰ ਬੁਰੀਆਂ ਸਿਫਤਾਂ ਨੂੰ ਪੈਦਾ ਕੀਤਾ। ਇਜ਼ਾ ਤੁਤਲਾ ਅਲੈਹਿ ਆਯਾਤੁਨਾ ਕਾਲ ਅਸਾਤੀਰੁਲ ਅਵਲੀਨ, ਜਦੋਂ ਉਹਨਾਂ 'ਤੇ ਅੱਲਾ ਦੀਆਂ ਆਇਤਾਂ ਪੜ੍ਹੀਆਂ ਜਾਂਦੀਆਂ ਨੇ ਤੇ ਇਹ ਕਹਿੰਦੇ ਨੇ ਕਿ ਪਿਛਲੀਆਂ ਦੀਆਂ ਕਹਾਣੀਆਂ ਨੇ, ਇਹ ਕੋਈ ਬਿਆਨ ਹੱਕ ਕੀ ਹੋਣਾ ਤੇ ਅੱਲਾ ਦੀਆਂ ਕਲਾਮ ਕੀ ਹੋਣਾ, ਇਹ ਤੇ ਪਿਛਲੀਆਂ ਦੀਆਂ ਕਹਾਣੀਆਂ ਨੇ ਜਿਹੜੀਆਂ ਸਾਨੂੰ ਸੁਣਾਈਆਂ ਜਾ ਰਹੀਆਂ ਨੇ। ਕਹਾਣੀ ਜਿਸ ਤਰ੍ਹਾਂ ਬੇਮਕਸਦ ਹੁੰਦੀ ਹੈ, ਇਸ ਤਰ੍ਹਾਂ ਕਲਾਮ ਵੀ ਬੇਮਕਸਦ ਹੈ। ਇਹਦੇ 'ਚ ਕੋਈ ਐਸੀ ਨਸੀਹਤ ਵਾਲੀ ਗੱਲ, ਇਬਰਤ ਵਾਲੀ ਗੱਲ, ਕੋਈ ਡਰਨ ਵਾਲੀ ਗੱਲ, ਕੋਈ ਸੋਚਣ ਸਮਝਣ ਵਾਲੀ ਗੱਲ ਇਹਦੇ 'ਚ ਕੋਈ ਨਹੀਂ, ਬਸ ਇਹ ਕਿਸੇ ਕਹਾਣੀਆਂ ਨੇ। ਸਨਸਿਮਹੁ ਅਲਲ ਖੁਰਤੂਮ, ਅਸੀਂ ਇਹਨਾਂ ਦੇ ਨਾਕੜੇ 'ਤੇ ਜਿਹੜੀ ਇਹਨਾਂ ਨੇ ਆਪਣੀ ਨੱਕ ਉੱਚੀ ਰੱਖੀ ਹੋਈ ਹੈ ਉਹਦੇ 'ਤੇ ਦਾਗਾਂਗੇ, ਯਾਨੀ ਜਹੰਨਮ ਦੇ ਜਿਹੜੀ ਅੱਗ ਹੈ ਉਹਦੇ ਨਾਲ ਇਹਨਾਂ ਦੀ ਨੱਕ 'ਤੇ ਜਿਹੜੀ ਇਹਨਾਂ ਦੀ ਇੱਕ ਇਹਨਾਂ ਦੇ ਫਖਰ ਸੀ ਇਹਨਾਂ ਦਾ, ਜਾਂ ਇਹਨਾਂ ਦੀ ਅਕੜ ਸੀ ਆਪਣੀ ਨੱਕ ਉੱਚੀ ਰੱਖਣਾ ਔਰ ਹੱਕ ਨੂੰ ਤਸਲੀਮ ਨਾ ਕਰਨਾ, ਆਪਣੀ ਗਲਤੀ ਅਕੜਨਾ, ਤੇ ਅਸੀਂ ਉਹਨੂੰ ਇਹਨਾਂ ਦੀ ਨੱਕ 'ਤੇ ਅੱਗ ਨਾਲ ਦਾਗ ਦਿਆਂਗੇ, ਉਹਨੂੰ ਚੁਕਾ ਦਿਆਂਗੇ। ਇਹ ਸਜ਼ਾ ਹੈ ਜਿਹੜੀ ਇਹਨਾਂ ਨੂੰ ਮਿਲੇਗੀ। ਫਰਮਾਇਆ ਇਨ ਬਲੌਨਾਹੁਮ ਕਮਾ ਬਲੌਨਾ ਅਸਹਾਬਲ ਜੰਨਾ, ਅਸੀਂ ਇਹਨਾਂ ਨੂੰ ਉਸੇ ਤਰ੍ਹਾਂ ਹੀ ਅਜ਼ਮਾਇਆ ਜਿਸ ਤਰ੍ਹਾਂ ਬਾਗ ਵਾਲਿਆਂ ਨੂੰ ਅਜ਼ਮਾਇਆ ਸੀ। ਇਸ ਅਕਸਮੂ ਲਾ ਯਸਰਿਮੁਨਹਾ
ਮੁਸਬਹੀਨ, ਜਦੋਂ ਉਹਨਾਂ ਨੇ ਕਸਮਾਂ ਖਾਧੀਆਂ ਕਿ ਅਸੀਂ ਬਾਗ ਦਾ ਸਾਰਾ ਫਲ ਜਿਹੜਾ ਨਾ ਸਵੇਰੇ ਸਵੇਰੇ ਅਸੀਂ ਤੋੜ ਲਵਾਂਗੇ। ਇਹ ਅੱਲਾਹ ਤਾਲਾ ਨੇ ਇੱਕ ਵਾਕਿਆ ਬਿਆਨ ਕੀਤਾ, ਇੱਕ ਕਿੱਸਾ ਮਿਸਾਲ ਦੇ ਤੌਰ 'ਤੇ ਕਿੱਸਾ ਬਿਆਨ ਕੀਤਾ ਜਿਹਦੇ ਤੋਂ ਇੱਕ ਗੱਲ ਸਮਝਾਉਣੀ ਮਕਸੂਦ ਹੈ। ਇਹਦੇ ਇੱਥੇ ਇੱਕ ਮੈਂ ਚੀਜ਼ ਨੂੰ ਵਾਜ਼ਿਹ ਕਰਦੇ ਹਾਂ ਕਿ ਇਹਦੇ 'ਚ ਅਲਫਾਜ਼ ਆਉਂਦੇ ਨੇ ਇੰਨਾ ਬਲਊਨਾਹੁਮ, ਅਸੀਂ ਇਹਨਾਂ ਨੂੰ ਉਸ ਤਰ੍ਹਾਂ ਆਜ਼ਮਾਇਆ ਜਿਸ ਤਰ੍ਹਾਂ ਕਿ ਬਾਗ ਵਾਲੇ ਨੂੰ ਆਜ਼ਮਾਇਆ ਸੀ। ਪਿੱਛੇ ਜਿਹੜੀ ਸਾਰੀਆਂ ਗੱਲਾਂ ਨੇ ਨਾ ਉਹ ਚੱਲ ਰਹੀਆਂ ਸਨ ਵਾਹਿਦ ਜ਼ਮੀਰ ਨਾਲ ਕਿ ਤੁਸੀਂ ਹਰਗਿਜ਼ ਗੱਲ ਨਾ ਮੰਨੋ ਉਸ ਸ਼ਖਸ ਜਿਹੜਾ ਝੂਠੀਆਂ ਕਸਮਾਂ ਖਾਂਦਾ, ਜਿਹੜਾ ਇਸ਼ਾਰੇ ਔਰ ਚੁਗਲਖੋਰੀ ਕਰਦਾ। ਲੇਕਿਨ ਇਹ ਗੱਲਾਂ ਵਾਹਿਦ ਜ਼ਮੀਰ ਦੇ ਆਉਣ ਦੇ ਬਾਵਜੂਦ ਕੁਰੈਸ਼ ਦੀ ਜਿਹੜੀ ਪੂਰੀ ਲੀਡਰਸ਼ਿਪ ਹੈ ਉਹਦੇ ਬਾਰੇ ਇਹ ਗੁਫ਼ਤਗੂ ਹੈ, ਉਹਦੇ ਬਾਰੇ ਇਹ ਕਲਾਮ ਹੈ। ਉਹ ਇਸ ਜ਼ਮੀਰ ਤੋਂ ਵਾਦੇ ਹੋ ਜਾਂਦਾ ਇੰਨਾ ਬਲਊਨਾਹੁਮ, ਅਸੀਂ ਇਹਨਾਂ ਲੋਕਾਂ ਨੂੰ ਆਜ਼ਮਾਇਆ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਬਾਗ ਵਾਲਿਆਂ ਨੂੰ ਆਜ਼ਮਾਇਆ ਸੀ। ਇਸ ਅਕਸਮ, ਜਦੋਂ ਕਿ ਉਹਨਾਂ ਨੇ ਕਸਮਾਂ ਖਾਧੀਆਂ ਸਨ ਕਿ ਅਸੀਂ ਬਾਗ ਨੂੰ ਸਵੇਰੇ ਸਵੇਰੇ ਸਾਰਾ ਫਲ ਤੋੜ ਲਾਂਗੇ, ਵਲਾ ਯਸਤਸਨੂਨ, ਔਰ ਅਸੀਂ ਉਹਦੇ 'ਚ ਕੁਝ ਵੀ ਨਹੀਂ ਛੱਡਾਂਗੇ। ਕਿ ਗਰੀਬ ਲੋਕ ਜਿਹੜੇ ਆ ਜਾਂਦੇ ਨੇ ਨਾ ਕਿ ਜਦੋਂ ਇਹ ਬਾਗ ਤੋੜਨਾ ਫਲਾਂ ਉਹਦਾ ਫਲ ਉਤਰਨਾ ਅਤੇ ਗਰੀਬ ਲੋਕ ਆ ਜਾਂਦੇ ਨੇ ਕਿ ਚਲੋ ਵੀ ਸਾਨੂੰ ਵੀ ਕੁਛ ਨਾ ਕੁਛ ਲੱਭ ਜਾਏਗਾ ਅਤੇ ਉਹਦੇ ਵਾਸਤੇ ਅਸੀਂ ਸਮੇਟਣਾ ਚਾਹੁੰਦੇ ਨੇ ਕਿ ਵੀ ਅਸੀਂ ਖੁਦ ਤਾਂ ਕਮਾ ਨਹੀਂ ਸਕਦੇ। ਇਹਨਾਂ ਲੋਕਾਂ ਕੋਲ ਜਿਹਨਾਂ ਨੂੰ ਅੱਲਾ ਨੇ ਨਿਯਮਤਾਂ ਦਿੱਤੀਆਂ ਨੇ ਉਹ ਸਾਡੇ 'ਤੇ ਕੋਈ ਅਗਰ ਮਤਲਬ ਸਾਨੂੰ ਕੋਈ ਦੇ ਦਿੰਦੇ ਨੇ, ਖੈਰਾਤ ਕਰ ਦਿੰਦੇ ਨੇ, ਅਤੇ ਸਾਡਾ ਗੁਜ਼ਾਰਾ ਇਹਦੇ ਨਾਲ ਹੀ ਹੁੰਦਾ ਹੈ। ਪਰ ਇਨ ਬਾਗ ਵਾਲਿਆਂ ਦਾ ਖਿਆਲ ਸੀ ਕਿ ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਦੇਣਾ, ਉਹਨਾਂ ਸੇ ਕੋਈ ਚੀਜ਼ ਨਹੀਂ ਛੱਡਣੀ। ਫਤਾਫ ਅਲੈਹ ਤਾਇਫ ਮਿਰ ਰੱਬਿਕ ਵਹੁਮ ਨਾਇਮੂਨ, ਫਰਮਾਇਆ ਫਿਰ ਉਸ ਬਾਗ 'ਤੇ ਨਾ ਇੱਕ ਫੇਰੀ ਕਰਨ ਵਾਲਾ, ਫਿਰਨ ਵਾਲਾ ਤੇਰੇ ਰੱਬ ਵੱਲੋਂ ਫਿਰ ਗਿਆ। ਵਹੁਮ ਨਾਇਮੂਨ, ਇਹ ਲੋਕ ਸੁੱਤੇ ਦੇ ਸੁੱਤੇ ਸਨ, ਯਾਨੀ ਉਸ ਬਾਗ 'ਤੇ ਇੱਕ ਆਫਤ ਆ ਗਈ, ਉਹ ਰਾਤ ਦੇ ਰਾਤ ਆਫਤ ਆ ਗਈ। ਇਹ ਲੋਕ ਸੁੱਤੇ ਪਏ ਸਨ ਆਪਣੇ ਨਾਲ ਪ੍ਰੋਗਰਾਮ ਬਣਾ ਕੇ ਕਿ ਸਵੇਰੇ ਅਸੀਂ ਬਾਗ ਦੇ ਫਲ ਤੋੜ ਲਾਂਗੇ ਅਤੇ ਕਿਸੇ ਗਰੀਬ ਨੂੰ ਕੁਛ ਵੀ ਨਹੀਂ ਦਿਆਂਗੇ। ਅਸਬਹਤ ਕਸਰੀਨ, ਫਰਮਾਇਆ ਫਿਰ ਉਹ ਬਾਗ ਜਿਹੜਾ ਹੈ ਉਹ ਹੋ ਗਿਆ ਜਿਸ ਤਰ੍ਹਾਂ ਕੱਟੀ ਹੋਈ ਫਸਲ ਹੁੰਦੀ ਜਿਹਦੇ 'ਚ ਕੱਖ ਵੀ ਨਹੀਂ ਬਾਕੀ ਬਚਿਆ ਹੁੰਦਾ, ਸਾਰੀ ਫਸਲ ਕੱਟ ਕੇ ਕੋਈ ਲੈ ਗਿਆ ਹੁੰਦਾ। ਫਤਨਾਦਉ ਮੁਸਬਹੀਨ, ਇੱਧਰੋਂ ਜਿਹੜੇ ਲੋਕ ਸਨ ਬਾਗ ਵਾਲੇ, ਇਹਨਾਂ ਨੇ ਇੱਕ ਦੂਜੇ ਨੂੰ ਆਵਾਜ਼ ਦਿੱਤੀ ਸਵੇਰੇ ਸਵੇਰੇ, ਅਨੇ ਗਦੂ ਵਾਲਾ ਹਰਸਿਕੁਮ ਇਨ ਕੁੰਤੁਮ ਸਾਰਿਮੀਨ, ਕਿ ਵੀ ਛੇਤੀ ਕਰੋ, ਜਲਦੀ ਜਲਦੀ ਸਵੇਰੇ ਸਵੇਰੇ ਚੱਲੋ ਖੇਤੀ ਵੱਲ। ਅਗਰ ਤੁਸੀਂ ਕੱਟਣਾ ਜੇ ਲੇਟ ਹੋ ਗਏ ਤਾਂ ਫਿਰ ਉਹ ਲੋਕ ਆ ਜਾਣਗੇ ਅਤੇ ਤੁਹਾਨੂੰ ਕੁਝ ਨਾ ਕੁਝ ਉਹਨਾਂ ਨੂੰ ਦੇਣਾ ਪਏਗਾ। ਫਨ ਤਲਕੂ ਵਹੁਮ ਯਤਖਾਫਤੂਨ, ਫਿਰ ਇਹ ਲੋਕ ਚੱਲੇ। ਫਨ ਤਲਕੂ, ਫਿਰ ਇਹ ਲੋਕ ਚੱਲੇ ਬਾਗਲ, ਵਹੁਮ ਯਤਖਾਫਤੂਨ, ਅਤੇ ਆਪਸ ਵਿੱਚ ਹੌਲੀ ਹੌਲੀ ਗੱਲਾਂ ਕਰਦੇ ਸਨ ਪਏ ਉਸ ਬਾਗ ਦੇ ਬਾਰੇ। ਅੱਲਾ ਯਦਖੁਲੰਨਹਾ ਅਲ-ਯੌਮ ਅਲੈਕੁਮ ਮਿਸਕੀਨ, ਅੱਜ ਤੁਹਾਡੇ 'ਤੇ ਕੋਈ ਮਿਸਕੀਨ ਦਾਖਲ ਨਾ ਹੋਣੇ ਪਾਏ, ਤੁਸੀਂ ਉਸ ਤੋਂ ਪਹਿਲਾਂ ਬਾਗ ਦੇ ਫਲ ਤੋੜ ਕੇ ਸਮੇਟ ਕੇ ਅਤੇ ਉਹਨਾਂ ਨੂੰ ਆਪਣਾ ਸਟਾਕ ਕਰ ਲਓ, ਉਹਨਾਂ ਨੂੰ ਜ਼ਖੀਰਾ ਕਰ ਲਓ ਜਿੱਥੇ ਕਰਨਾ ਹੈ। ਵਗਦਉ ਅਲਾ ਹਰ ਦਿਨ ਕਾਦਰੀਨ, ਅਤੇ ਉਹ ਇੰਝ ਚੱਲੇ ਜਿਵੇਂ ਉਹ ਸਭ ਕੁਛ ਕਰ ਸਕਦੇ ਨੇ। ਇੰਨਾ ਜੋਸ਼, ਇੰਨਾ ਜਜ਼ਬਾ ਕਿ ਹਰ ਗੱਲ ਸਾਡੇ ਇਖਤਿਆਰ 'ਚ, ਜੋ ਅਸੀਂ ਚਾਹਿਆ ਉਹ ਹੋ ਕੇ ਰਹੇਗਾ। ਫਲੰਮਾ ਰਾਊਹਾ ਕਾਲੂ ਇੰਨਾ ਲਜ਼ਾਲੂਨ, ਫਿਰ ਜਦੋਂ ਉਹਨਾਂ ਨੇ ਉਸ ਬਾਗ ਨੂੰ ਦੇਖਿਆ ਅਤੇ ਉਹਨਾਂ ਨੇ ਕਿਹਾ ਅਸੀਂ ਤਾਂ ਰਾਹ ਭੁੱਲ ਗਏ ਹਾਂ, ਕਿਸੇ ਹੋਰ ਜਗ੍ਹਾ 'ਤੇ ਪਹੁੰਚ ਗਏ ਹਾਂ। ਬਲ ਨਹਨੁ ਮਹਰੂਮੂਨ, ਫਿਰ ਉਹਨੂੰ ਨਜ਼ਰ ਆਇਆ ਨਹੀਂ ਹੋਰ ਜਗ੍ਹਾ 'ਤੇ ਨਹੀਂ ਪਹੁੰਚੇ, ਉਸੇ ਬਾਗ 'ਤੇ ਹੀ ਬਾਗ ਉਜੜ ਗਿਆ। ਬਲ ਨਹਨੁ ਮਹਰੂਮੂਨ, ਬਲਕਿ ਅਸੀਂ ਮਹਿਰੂਮ ਕਰਤੇ ਗਏ ਹਾਂ। ਕਾਲਾ ਉਸਤਹੁਮ ਅਲਮ ਕੁੱਲਕੁਮ ਲਉਲਾ ਤੁਸੱਬਿਹੂਨ, ਉਹਨਾਂ 'ਚ ਜਿਹੜਾ ਬੰਦਾ ਜ਼ਰਾ ਬਿਹਤਰ ਸੀ, ਜ਼ਰਾ ਸਮਝਦਾਰ ਸੀ, ਉਹਨੇ ਕਿਹਾ ਕਿ ਮੈਂ ਤੈਨੂੰ ਕਹਿੰਦਾ ਨਹੀਂ ਸਾਂ ਕਿ ਰੱਬ ਦੀ ਤੁਸੀਂ ਤਸਬੀਹ ਕਰੋ, ਰੱਬ ਦੀ ਪਾਕੀ ਬਿਆਨ ਕਰੋ, ਕਿਉਂ ਨਹੀਂ ਸੋ ਕਰਦੇ। ਕਾਲੂ ਸੁਬਹਾਨ ਰੱਬਿਨਾ ਇੰਨਾ ਕੁੰਨਾ ਜ਼ਾਲਿਮੀਨ, ਅਤੇ ਫਿਰ ਉਹਨਾਂ ਨੇ ਕਿਹਾ ਸਾਡਾ ਰੱਬ ਪਾਕ ਹੈ, ਅਸੀਂ ਬੇਸ਼ੱਕ ਅਸੀਂ ਜ਼ਾਲਿਮ ਸਾਂ, ਸਾਡਾ ਹੀ ਖਿਆਲ ਗਲਤ ਸੀ, ਅਸੀਂ ਗਰੀਬਾਂ ਨੂੰ ਮਹਿਰੂਮ ਕਰਨ ਦੀ ਤਾਂ ਸੋਚਿਆ ਅਤੇ ਅੱਲਾਹ ਤਾਲਾ ਨੇ ਸਾਨੂੰ ਹੀ ਬਾਗ ਤੋਂ ਮਹਿਰੂਮ ਕਰਤਾ। ਅਸੀਂ ਜ਼ੁਲਮ ਕਰਨ ਦਾ ਜਦੋਂ ਇੱਕ ਇਰਾਦਾ ਕਰ ਲਿਆ ਅਤੇ ਅੱਲਾਹ ਤਾਲਾ ਨੇ ਸਾਡੇ ਕੋਲੋਂ ਉਹ ਨਿਅਮਤ ਹੀ ਖੋਹ ਲਈ। ਫਅਕਬਲ ਬਾਜ਼ੁਹੁਮ ਅਲਾ ਬਾਜ਼ਿਨ ਯਤਲਾਵਮੂਨ, ਫਿਰ ਉਹਨਾਂ 'ਚੋਂ ਇੱਕ ਜਿਹੜਾ ਉਹ ਦੂਸਰੇ ਵੱਲ ਵਧਿਆ, ਮੁਲਾਮਤ ਕਰਦਿਆਂ, ਬੁਰਾ ਭਲਾ ਕਹਿੰਦਿਆਂ ਕਿ ਤੇਰੀ ਗਲਤੀ ਹੈ, ਤੂੰ ਇਸ ਤਰ੍ਹਾਂ ਕਿਹਾ ਸੀ, ਤੂੰ ਮੈਨੂੰ ਪੁੱਠੇ ਪਾਸੇ ਲਾਇਆ, ਤੂੰ ਇਹ ਖਿਆਲਾਤ ਸਾਡੇ 'ਚ ਪੈਦਾ ਕੀਤੇ ਨੇ, ਦੂਸਰਾ ਇਹਨੂੰ ਕਹਿ ਰਿਹਾ, ਇਹ ਉਹਨੂੰ ਕਹਿ ਰਿਹਾ, ਆਪਸ ਵਿੱਚ ਇੱਕ ਦੂਜੇ ਨੂੰ ਬੁਰਾ ਭਲਾ ਕਹਿ ਰਹੇ ਨੇ। ਜ਼ਾਹਿਰ ਹੈ ਕਿ ਜਦੋਂ ਕੋਈ ਕੰਮ ਖਰਾਬ ਹੋ ਜਾਏ ਅਤੇ ਫਿਰ ਜਿਹੜੇ ਉਹਦੇ ਨਾਲ ਮੁਤਲਕ ਲੋਕ ਹੁੰਦੇ ਨੇ ਉਹਦੇ 'ਚੋਂ ਕੋਈ ਵੀ ਜ਼ਿੰਮੇਦਾਰੀ ਕਬੂਲ ਨਹੀਂ ਕਰਦਾ ਅਤੇ ਕਹਿੰਦਾ ਕਿ ਨਹੀਂ ਤੇਰਾ ਕਸੂਰ ਹੈ, ਤੇਰਾ ਕਸੂਰ, ਇੱਕ ਦੂਜੇ ਨੂੰ ਕਹਿ ਰਹੇ ਨੇ। ਕਾਲੂ ਯਾ ਵੈਲਨਾ ਇੰਨਾ ਕੁੰਨਾ ਤਾਗੀਨ, ਫਿਰ ਉਹ ਕਹਿਣ ਲੱਗੇ ਕਿ ਹਾਏ ਸਾਡੀ ਖਰਾਬੀ, ਅਸੀਂ ਸਰਕਸ਼ ਲੋਕ ਸਾਂ, ਯਕੀਨਨ ਅਸੀਂ ਸਰਕਸ਼ ਲੋਕ ਸਾਂ, ਅਸੀਂ ਹੀ ਗਲਤ ਕੀਤਾ, ਯਾਨੀ ਕਿ ਸਾਡੀ ਸਰਕਸ਼ੀ ਦੀ ਸਜ਼ਾ ਸਾਨੂੰ ਮਿਲੀ ਹੈ। ਅਸਾ ਰੱਬੁਨਾ ਅਨ ਯੁਬਦਿਲਨਾ ਖੈਰਮ ਮਿਨਹਾ, ਕਰੀਬ ਹੈ ਸਾਡਾ ਰੱਬ ਜਿਹੜਾ ਹੈ ਉਹ ਸਾਨੂੰ ਇਸ ਬਾਗ ਨੂੰ ਬਦਲ ਦੇ, ਇਸ ਤੋਂ ਬਿਹਤਰ ਬਾਗ ਨਾਲ। ਇੰਨਾ ਇਲਾ ਰੱਬਿਨਾ ਰਾਗਿਬੂਨ, ਅਸੀਂ ਆਪਣੇ ਰੱਬ ਰਗਬਤ ਕਰਨੇ ਆ, ਯਾਨੀ ਕਿ ਇਸ ਦੇ ਬਾਵਜੂਦ ਉਹਨਾਂ ਨੇ ਇਹ ਉਮੀਦ ਕੀਤੀ
کہ ساڈا رب جڑا ہے انہیں یہ بے شک ساری سرکشی اور سارے غلط رویے کی وجہ تو باغ نو تباہ کرتا ہے اور انسان سانو سزا دیتی ہے، لیکن اسی یہ رب کو امید رکھنے ہیں کہ وہ سانو اس تو اچھا باغ دے دے گا، اس تو بہتر باغ نال بدل دے گا، اسی اپنے رب ول رغبت کرنے ہیں۔ یہ ظاہر ہے مثال اتنے ختم ہو جاتی ہے، یہ رغبت انہوں دی اگر اس قابل ہوئے گی کہ اللہ تعالیٰ انہوں نے باغ دے دے گا تو ضرور دے دے گا۔ یہ تو ایک مثال ہے جنہوں اتوں تک بیان کیتا ہے۔ فرمایا کذالک العذاب، اسی طرح عذاب ہوئے گا جڑا عذاب آنا ہے نا کفار تے مشرکین تے منافقین تے اللہ دے سرکشاں تے رسولاں دے نافرماناں تے جڑا عذاب آنا ہے وہ اسی طرح دا ہی ہوئے گا، بالکل جڑ کٹ دیتی جائے گی، بنیاد ہی ختم ہو جائے گی۔ اور فرمایا والا عذاب الآخرت اکبر، اور جڑا آخرت دا عذاب ہے وہ تو ہر بہت ہی وڈا ہے، وہی تو کوئی مثال ہی نہیں دیتی جا سکتی۔ دنیا کا عذاب تو بہت چھوٹا ہے، آخرت دا عذاب تو ابدی ہے، ہمیشہ ہمیشہ سے عذاب ہے۔ لو کانوا یعلمون، کاش یہ لوگ جان دے کہ آخرت دا عذاب کڈی وڈی چیز ہے اور کڈی سخت چیز ہے۔ اتنے پہلا رکوع ختم ہو جاتا ہے، ہوں اسی یہ ترجمہ کر لینے ہیں ساری آیات دا۔ نون، اے سورہ نون ہے، والقلم وما یسطرون، گواہی دیندہ قلم تے جو یہ لوگ لکھ رہے ہیں وہ بھی گواہی دیندہ ہے۔ ما انت بنعمت ربک بمجنون، تسی اپنے رب دے فضل نال مجنون نہیں۔ وَإِنَّ لَكَ لَأَجْرًا غَيْرَ مَمْنُونَ، اور بے شک تواڈے واسطے نہ ختم ہونا لا اجر ہے۔ وَإِنَّكَ لَعَلَىٰ خُلُقٍ عَظِيمٍ، اور تسی بڑے اعلیٰ اخلاق تے فائز ہو۔ فَسَتُبْصِرُ وَيُبْصِرُونَ، تسی بھی دیکھو تے یہ بھی دیکھ لیں گے۔ بِأَيِّكُمُ الْمَفْتُونُ، تواڈے چوں فتنے چ کیڑا پیا ہے۔ إِنَّ رَبَّكَ هُوَ أَعْلَمُ بِمَنْ ضَلَّ عَنْ سَبِيلِهِ وَهُوَ أَعْلَمُ بِالْمُهْتَدِينَ، بے شک تواڈا رب خوب جاندا ہے جڑے اودے رستے تو گمراہ ہے، اور انہوں بھی خوب جاندا ہے جڑا ہدایت تے وے۔ فَلَا تُطِعِ الْمُكَذِّبِينَ، تے چٹھلان والے دی گل نہ مننا۔ وَدُّوا لَوْ تُدْهِنُ فَيُدْهِنُونَ، یہ چاہندے نے کہ کچھ تسی نرم پاؤ تے کچھ یہ نرم پی جن۔ وَلَا تُطِعْ كُلَّ حَلَّافٍ مَّهِينٍ، ہرگز گل نہ مننا ہر جھوٹیاں قسماں کھان والے کٹیا انسان دی۔ حماز مشاء بنمیم، جڑا اشارہ باز ہے تے چگلیاں لے کے چلدا ہے۔ مناع للخیر معتد اثیم، بھلائی نو روکن والا ہے، نیکی نو خیر نو روکن والا ہے تے حدوں گزرن والا گناہ گار ہے۔ اتلم بعد ذالک زنیم، سنگ دل ہے تے بے نسب ہے۔ ان کان ذا مال و بنین، یہ ساتھ کہ اللہ نے انہوں بیٹے دے دیتے تے مال دے دیتا تے یہ سرکش ہو گیا۔ اذا تتلی علیہ آیاتنا قال اساطیر الاولین، جدوں یہ تے اسی اپنی آیتاں پڑھنے ہیں تو یہ کہندا کہ ایک کہانیاں نے، پچھلیاں دیاں کہانیاں نے، یعنی جدوں یہ تے آیتاں دی تلاوت کیتی جاندی ہے تو کہندا پچھلیاں دیاں کہانیاں نے۔ سنسمہ علی الخرطوم، اسی یہ دی جڑا ناکڑ ہے، یہ دی سونڈ جڑی ہے وہ تے داغاں گے۔ ان بلوناہم کما بلونا اصحاب الجنہ، اسی انہاں نوں انجی آزمایا جس طرح اسی آزمایا باغ والیاں نوں۔ اذ اقسموا لیسرمنھا مصبحین، جدوں انہوں نے قسم کھادی کہ اسی سویرے سویرے باغ دا پھل توڑ لیں گے۔ ولا یستثنون، اور کسی وہ غریب واسطے کچھ بھی نہیں سن چھڑ رہے۔ فطاف علیہ طائف من ربک وہم نائمون، تے پھر انہاں تے پھر گیا ایک پھیری کرن والا تیرے رب والوں، وہ ستے پے سن۔ فاصبح کالصریم، باغ کٹے ہوئے کھیت انگر ہو گیا۔ فتنادوا مصبحین، انہوں نے آپس میں ایک دوسرے کو آواز دیتی سویرے سویرے، ان اغدوا علی حرثکم ان کنتم صارمین، چھیتی کرو کھیتی ال جے تساں انہوں کٹنا ہے۔ فانطلقوا وہم یتخافتون، وہ پھر چلے تے آپس سے ہولی ہولی گلاں کردے سن۔ اللہ یدخلنہ الیوم علیکم مسکین، اج کوئی مسکین تواڈے کول نہ آ پائے۔ وغدوا علی حرد قادرین، سمجھدے سن کہ اسی سب کچھ کر سکنے ہیں۔ فلما رأوہا قالوا انا لضالون، جدوں انہوں نے باغ نو ویکھیا تے کہندے نے اسی راہ بھول گئے ہیں۔ بل نحن محرومون، پھر انہوں خیال ہے نہیں بلکہ اسی تے محروم کرتے گئے ہیں۔ قال اوسطہم الم اقل لکم لولا تسبحون، انہیں جو جڑا ذرا بہتر آدمی سی انہیں کہا میں تنوں کیا نہیں سی کہ تسی تسبیح کیوں نہیں کر دے۔ قالوا سبحان ربنا ان کنا ظالمین، انہاں کیا ساڈا رب پاک ہے بے شک اسی ظالم ساں۔ فاقبل بعضهم علی بعض یتلاومون، پھر ایک دوجے نوں ملامت کرن لگ پے۔ قالوا یا ویلنا انا کنا طاغین، انہاں کیا ہائے ساڈی خرابی اسی سرکش ساں۔ عسى ربنا ان یبدلنا خیرا منها انا الی ربنا راغبون، امید ہے ساڈا رب سانوں اس باغ تو بہتر باغ دے دے گا، اسی اپنے رب رغبت کرنے ہیں، پلٹنے ہیں۔ کذالک العذاب، فرمایا اللہ دا
عذاب اس طرح ਹੁੰਦਾ ਹੈ ولا عذاب الآخرت اکبر ਤੇ ਆਖਰਤ ਦਾ عذاب ਤੇ ਬਹੁਤ ਹੀ ਵੱਡਾ ਹੈ ਉਹਦੀ ਤਾਂ ਕੋਈ ਮਿਸਾਲ ਹੀ ਨਹੀਂ لو كانوا يعلمون کاش یہ لوگ جان دیں وآخر دعوانا ان الحمد للہ رب العالمین